अस्सलाम वालेकुम, की हाल है जी? तुसीं उम्मीद है ठीक होने आ ते मैं भी ठीक हाँ। ਅੱਜ ਯਾਰ ਥੋੜੀ ਜੀ ਗੱਲ ਕਰਾਂਗੇ ਮੌਲਾਨਾ ਨਾਸਿਰ ਮਦਨੀ ਸਾਹਿਬ ਦੇ ਉੱਤੇ। ਕੁਝ ਵੀਡੀਓ ਇਹੋ ਜਿਹੀਆਂ ਕਰਦੇ ਆ ਕਿ ਜਿਹੜੀਆਂ ਉਹਨਾਂ ਦੇ ਤਨਕੀਦ ਦਾ ਬਾਇਸ ਬਣ ਜਾਂਦੀਆਂ। ਲੇਕਿਨ ਇਹ ਜ਼ਰੂਰੀ ਨਹੀਂ ਕਿ ਹਰ ਬੰਦਾ ਹਰ ਵੇਲੇ ਗਲਤ ਗੱਲ ਹੀ ਕਰੇ। ਬਹੁਤ ਵਾਰੀ ਉਹ ਅੱਛੀ ਗੱਲ ਵੀ ਕਰ ਰਿਹਾ ਹੁੰਦਾ ਤਾਂ ਸਾਡਾ ਕੰਮ ਆ ਕਿ ਅੱਛੀ ਗੱਲ ਜਿਹੜੀ ਉਹਨੂੰ ਵੀ ਅੱਗੇ ਲੈ ਕੇ ਆਉਣਾ। ਨਾਸਿਰ ਮਦਨੀ ਸਾਹਿਬ ਦੀ ਇੱਕ ਵੀਡੀਓ ਮੇਰੇ ਸਾਹਮਣੇ ਆਈ ਹੈ, ਰੀਸੈਂਟਲੀ ਉਹਨਾਂ ਨੇ ਪੋਸਟ ਕੀਤੀ ਹੈ। ਉਹਦੇ ਵਿੱਚ ਨਾਸਿਰ ਮਦਨੀ ਸਾਹਿਬ ਇੱਕ ਚੀਜ਼ ਦੱਸ ਰਹੇ ਜਿਹੜੀ ਕਿ ਹਕੀਕਤ ਹੈ। ਉਸ ਹਕੀਕਤ ਤੋਂ ਅਸੀਂ ਮੂੰਹ ਨਹੀਂ ਫੇਰ ਸਕਦੇ। ਇਸ ਟਾਈਮ ਸਾਡੇ ਨਾਲ ਜੋ ਕੁਝ ਹੋ ਰਿਹਾ ਆ ਸੋਸ਼ਲ ਮੀਡੀਆ ਐਪਾਂ ਦੇ ਉੱਤੇ, ਉਹ ਬਹੁਤ ਹੀ ਗਲਤ ਹੈ। ਇੱਕ ਚੀਜ਼ ਜਿਹੜੀ ਕਿ ਤੁਸੀਂ ਚਲੋ ਨੱਚਣਾ ਗਾਣਾ ਲਾ ਰਹੇ ਹੋ, ਤੁਹਾਡੀ ਆਪਣੀ ਜ਼ਿੰਮੇਵਾਰੀ ਹੈ। ਹਰ ਸ਼ੈ ਦੇ ਤੁਸੀਂ ਆਪ ਜਵਾਬ ਦਿਓ। ਕਿਸੇ ਨੇ ਕਿਸੇ ਦੀ ਕਬਰ 'ਚ ਨਹੀਂ ਜਾਣਾ, ਲੇਕਿਨ ਕਿਸੇ ਦੀ ਇਸਲਾਹ ਹੋ ਜਾਵੇ ਇਹ ਬਹੁਤ ਵੱਡੀ ਗੱਲ ਹੈ। ਨਾਸਿਰ ਮਦਨੀ ਸਾਹਿਬ ਨੇ ਇਸਲਾਹ ਕਰਨ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਇਹ ਜਿਹੜੀਆਂ ਸਾਡੀਆਂ ਕੁੜੀਆਂ ਆ, ਨਵਾਂ ਟ੍ਰੈਂਡ ਜਿਹੜਾ ਚੱਲਿਆ ਆ, ਘਰੋਂ ਨਿਕਲਦੀਆਂ ਆ 5000 ਦਾ ਮੇਕਅਪ ਥੱਪਦੀਆਂ ਮੂੰਹ ਤੇ, ਉਸ ਤੋਂ ਬਾਅਦ ਬੜੀ ਫੈਸ਼ਨੇਬਲ ਜਿਹਾ ਸੂਟ ਪਾਉਣਗੀਆਂ, ਲੱਖ 1.5 ਲੱਖ ਉਹਦੀ ਕੀਮਤ ਹੋਏਗੀ। ਫਿਰ ਹੱਥਾਂ ਦੇ ਵਿੱਚ 2-2 4-4 ਗਜਰੇ ਪਾ ਕੇ ਤੇ ਸੁਰਖੀ ਲਾ ਕੇ, ਨੇਲ ਪਾਲਿਸ਼, ਜੋ ਵੀ ਹੈ ਨਾ ਸੱਜਣ ਵਾਲਾ, ਜਿਸ ਤਰ੍ਹਾਂ ਅਸੀਂ ਦੁਲਹਨ ਨੂੰ ਸਜਾਈਦਾ ਐਵੇਂ ਸੱਜ ਕੇ ਤੇ ਜਾ ਕੇ ਸਟੇਜ ਦੇ ਉੱਤੇ ਨਾਤ ਪੜ੍ਹਦੀਆਂ। ਇੱਥੇ ਤੱਕ ਤਾਂ ਹੈਗਾ ਠੀਕ, ਚਲੋ ਜੀ, ਕਿਉਂਕਿ ਉਹ ਔਰਤਾਂ ਦੀ ਮਜਲਿਸ ਹੈ, ਔਰਤਾਂ ਦਾ ਮਤਲਬ ਉਹ ਮਿਲਾਦ ਆ, ਉੱਥੇ ਨਾਤ ਪੜ੍ਹ ਰਹੀਆਂ, ਇਹ ਤਾਂ ਹੋ ਗਿਆ ਠੀਕ ਆ। ਲੇਕਿਨ ਹੁਣ ਅਗਲੀ ਕਹਾਣੀ ਜਿਹੜੀ ਸ਼ੁਰੂ ਹੁੰਦੀ ਆ, ਉੱਥੇ ਉਹਨਾਂ ਦੇ ਨਾਲ ਉਹਨਾਂ ਦੀਆਂ ਕੈਮਰਾਮੈਨ ਵੀ ਹੁੰਦੀਆਂ। ਉਹਨਾਂ ਨੇ ਉਹਨਾਂ ਦੀ ਵੀਡੀਓ ਰਿਕਾਰਡ ਕਰਨੀ, ਵੀਡੀਓ ਰਿਕਾਰਡ ਕਰਕੇ ਤੇ ਉਸ ਵੀਡੀਓ ਨੂੰ YouTube, Facebook, TikTok ਇੱਥੇ ਚਾੜਨਾ। ਨਾਸਿਰ ਮਦਨੀ ਸਾਹਿਬ, ਬਲਕਿ ਉਹ ਕਿ ਸਾਰੀ ਦੁਨੀਆ ਜਾਣਦੀ ਹੈ, ਸਾਡੇ ਨਬੀ ਪਾਕ, ਉਹਨਾਂ ਤੋਂ ਵੱਡਾ ਕੋਈ ਲੀਡਰ ਨਹੀਂ ਹੈਗਾ ਦੁਨੀਆ 'ਚ। ਤੇ ਉਹਨਾਂ ਦੀ ਬੇਟੀ ਹਜ਼ਰਤ ਫਾਤਿਮਾ ਰਜ਼ੀ ਅੱਲਾਹ ਤਾਲਾ ਅਨਹੂ, ਕਿਤੇ ਅਲਫਾਜ਼ 'ਚ ਕੋਈ ਗੁਸਤਾਖੀ ਹੋ ਜਾਵੇ ਤਾਂ ਮੈਂ ਮਾਫੀ ਚਾਹੁੰਦਾ, ਉਹਨਾਂ ਨੂੰ ਅੱਜ ਤੱਕ ਕਿਸੇ ਗੈਰ ਮਹਿਰਮ ਨੇ ਨਹੀਂ ਦੇਖਿਆ। ਇੱਥੇ ਤੱਕ ਕਿ ਉਹਨਾਂ ਦਾ ਜਦੋਂ ਜਨਾਜ਼ਾ ਹੋਇਆ ਤੇ ਉਹਨਾਂ ਦਾ ਕਫਨ ਵੀ ਗੈਰ ਮਹਿਰਮ ਨੇ ਨਹੀਂ ਦੇਖਿਆ। ਉਹ ਨਬੀ ਪਾਕ ਦੀ ਬੇਟੀ ਸੀ। ਨਬੀ ਪਾਕ ਜਿਨ੍ਹਾਂ ਦੇ ਉੱਤੇ ਅਸੀਂ ਈਮਾਨ ਲੈ ਕੇ ਆਏ ਹਾਂ, ਉਹ ਆਖਰੀ ਨਬੀ ਆ। ਉਹਨਾਂ ਤੋਂ ਇਲਾਵਾ ਕੋਈ ਹੋਰ ਨਬੀ ਨਹੀਂ ਆਏਗਾ। ਹੁਣ ਦੁਨੀਆ ਤੇ ਕੰਮ ਬੰਦ ਆ, ਅਸੀਂ ਉਹਨਾਂ ਦੇ ਈਮਾਨ ਰੱਖਦੇ ਹਾਂ ਤੇ ਅਸੀਂ ਉਹਨਾਂ ਦੀ ਦਿੱਤੀ ਹੋਈ ਤਾਲੀਮਾਤ ਨੂੰ ਕਿਉਂ ਨਹੀਂ ਅਪਣਾਉਂਦੇ? ਮਤਲਬ ਉਹਨਾਂ ਦੀ ਬੇਟੀ ਕਿਸੇ ਦੇ ਸਾਹਮਣੇ ਨਹੀਂ ਆਈ ਅੱਜ ਤੱਕ, ਠੀਕ ਹੈ। ਤੇ ਅੱਜ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਆਪਣੇ ਆਪ ਨੂੰ ਮੁਸਲਮਾਨ ਕਹਿੰਦੀਆਂ, ਉਸ ਦੀਨ ਦੇ ਉੱਤੇ ਚੱਲ ਰਹੀਆਂ ਜਿਹੜਾ ਕਿ ਨਬੀ ਪਾਕ ਨੇ ਸਾਨੂੰ ਦਿੱਤਾ, ਤੇ ਉਹ ਆ ਕੇ ਲੱਖ ਲੱਖ ਦਾ ਮੇਕਅਪ ਤੇ ਸੁਰਖੀ ਪਾਊਡਰ ਲਾ ਕੇ ਸੋਸ਼ਲ ਮੀਡੀਆ ਤੇ ਨਾਤਾਂ ਪੜ੍ਹਨੀਆਂ। ਉਹ ਜਦੋਂ ਨਾਤ ਤੇ ਹੁੰਦੀ ਹੈ ਨਬੀ ਪਾਕ ਦੀ ਤਾਰੀਫ, ਤੇ ਤੁਸੀਂ ਉਸ ਨਬੀ ਦੀ ਤਾਰੀਫ ਕਰ ਰਹੇ ਹੋ ਜਿਹਨੇ ਸਾਨੂੰ ਜੀਣ ਦਾ ਤਰੀਕਾ ਦੱਸਿਆ, ਸਾਨੂੰ ਰਹਿਣ ਸਹਿਣ ਦੱਸਿਆ ਤੇ ਸਾਨੂੰ ਕੁਝ ਤਾਲੀਮਾਤ ਦਿੱਤੀਆਂ ਕਿ ਇਸ ਤਰੀਕੇ ਨਾਲ ਚੱਲਣਾ, ਤੇ ਤੁਸੀਂ ਉਹਨਾਂ ਦੀ ਤਾਰੀਫ ਕਰ ਰਹੇ ਹੋ ਉਹਨਾਂ ਦੇ ਦੱਸੇ ਹੋਏ ਤਰੀਕੇ ਦੇ ਮੁਖਾਲਫ ਜਾ ਕੇ। ਕਿੱਥੋਂ ਕਬੂਲ ਹੋਏਗੀ ਇਹ? ਤੁਸੀਂ ਰੋਜ਼ੇ ਕਿਆਮਤ ਕੀ ਮੂੰਹ ਵਿਖਾਓਗੇ? ਇਹ ਨਾਸਿਰ ਮਦਨੀ ਸਾਹਿਬ ਦਾ ਥੋੜਾ ਜਿਹਾ ਕਲਿੱਪ ਸੁਣ ਲਓ। ਇਹ ਤੁਸੀਂ ਸੁਣ ਲਿਆ ਨਾ ਕਿ ਲੱਖ ਲੱਖ ਦਾ ਸੂਟ ਪਾ ਕੇ। ਅੱਛਾ, ਹੁਣ ਉਹ ਵੀਡੀਓ ਬਣ ਗਈ, ਨੈਟ ਤੇ ਲੱਗ ਗਈ। ਸਾਡੇ ਪਿੰਡਾਂ ਥਾਵਾਂ 'ਚ ਕੀ ਹੁੰਦਾ, ਉਹ ਜਿਹੜੇ ਬਾਬੇ ਬੰਦੇ ਘਰਾਂ ਦੇ ਵਿੱਚ ਬੀਵੀਆਂ ਨਾਲ ਲੜਦੇ ਆ, ਨੂੰਹਾਂ ਨਾਲ ਲੜਦੇ ਆ, ਸਾਰੀ ਦਿਹਾੜੀ ਲੜੀ ਜਾਣਗੇ। ਜੇ ਸ਼ਾਮ ਨੂੰ ਬੈਠੇ ਨੈਟ ਚਲਾਉਣਗੇ ਨਾ ਤੇ ਉਸ ਬੀਬੀ ਦੀ ਨਾਤ ਪੜ੍ਹਦਿਆਂ ਹੋਇਆ ਸਾਹਮਣੇ ਵੀਡੀਓ ਆ ਜਾਏਗੀ ਨਾ ਤੇ ਬੜਾ ਮੁਸਕਰਾਉਣਗੇ। ਉਸ ਟਾਈਮ ਉਹਨਾਂ ਨੂੰ ਮਦੀਨਾ ਨਹੀਂ ਨਜ਼ਰ ਆਉਂਦਾ, ਉਹਨਾਂ ਨੂੰ ਹੂਰਾਂ ਹੀ ਨਜ਼ਰ ਆ ਰਹੀਆਂ ਹੁੰਦੀਆਂ। ਬੀਬੀ ਕੋਈ ਸ਼ਰਮ ਕਰੋ, ਤਾਰੀਫ ਕਰ ਰਹੇ ਹੋ ਨਬੀ ਪਾਕ ਦੀ ਤੇ ਉਹ ਵੀ ਤੁਸੀਂ ਇਸ ਤਰ੍ਹਾਂ ਬੇਹਯਾਈ ਦੀ ਸੂਰਤ 'ਚ। ਨਾਤ ਦਾ ਮਕਸਦ ਹੈ ਕਿ ਅਸੀਂ ਨਬੀ ਪਾਕ ਦੀ ਤਾਰੀਫ, ਉਹਨਾਂ ਦੀ ਦਿੱਤੀਆਂ ਹੋਈਆਂ ਤਾਲੀਮਾਤ ਅਸੀਂ ਲੋਕਾਂ ਤੱਕ ਪਹੁੰਚਾਉਣੀਆਂ, ਦੱਸਣਾ ਕਿ ਸਾਡੇ ਨਬੀ ਪਾਕ ਕਿਸ ਤਰ੍ਹਾਂ ਦੇ ਸੀਗੇ। ਹੁਣ ਇੱਥੇ ਇੱਕ ਗਲਤ ਰੰਗ ਦਿੱਤਾ ਗਿਆ ਨਾਤ ਨੂੰ ਕਿ ਜਿਹੜਾ ਬੰਦਾ ਤਰਜ਼ ਦੇ ਨਾਲ ਪੜ੍ਹਦਾ ਉਹੀ ਨਾਤ ਆ, ਜਿਹੜਾ ਬੰਦਾ ਆ ਕੇ ਤੁਹਾਡੇ ਸਾਹਮਣੇ ਬਿਆਨ ਕਰਦਾ ਨਬੀ ਪਾਕ ਦੀ ਸ਼ਾਨ, ਉਹਨੂੰ ਨਾਤ ਨਹੀਂ ਕਹਿੰਦੇ। ਜਦਕਿ ਅੱਲਾਹ ਤਾਲਾ ਨੇ ਕੁਰਾਨ ਪਾਕ ਦੇ ਵਿੱਚ ਤਰਜ਼ ਦੇ ਨਾਲ ਨਹੀਂ, ਵੈਸੇ ਸ਼ਾਨ ਬਿਆਨ ਕੀਤੀ ਹੈ ਨਬੀ ਪਾਕ ਦੀ। ਤੁਸੀਂ ਤਰਜ਼ ਦੇ ਨਾਲ ਪੜ੍ਹ ਕੇ ਬਿਆਨ ਕਰ ਰਹੇ ਹੋ, ਉਹਦੇ 'ਚ ਕੋਈ ਹਰਜ ਨਹੀਂ ਹੈਗਾ, ਲੇਕਿਨ ਕੁਛ ਚੀਜ਼ਾਂ ਦਾ ਖਿਆਲ ਰੱਖੋ ਯਾਰ।
ਸਾਡੇ ਬਹੁਤ ਸਾਰੇ ਐਕਾਰੀ ਸ਼ਾਹਿਦ ਮਹਿਮੂਦ, ਅਵੈਸ ਤੇ 2-3 ਹੋਰ ਵੀ ਜਿਹੜੇ ਵੱਡੇ ਵੱਡੇ ਆ, ਉਹ ਇਹ ਤੇ ਆਉਣ ਦਾ 2-2 4-4 ਲੱਖ ਰੁਪਈਆ ਲੈ ਲੈਂਦੇ ਆ। ਹੁਣ ਇੱਕ ਇਹੋ ਜਿਹੇ ਨਾਥ ਖਾਨ ਵੀ ਆ ਜਿਹੜੇ ਕਿ ਯੂਕੇ ਗਏ ਆ, ਉੱਥੇ ਨਾਥ ਪੜ੍ਹਨੀ ਸੀ ਤੇ ਇਧਰੋਂ ਲੋਕਾਂ ਦਾ ਮਜਮਾ ਬੈਠਾ ਆ ਇੰਤਜ਼ਾਰ ਕਰ ਰਿਹਾ, ਤੇ ਉਹ ਬਾਹਰ ਬੈਠੇ ਜਿਹੜਾ ਹੋਸਟ ਜਿਹਨੇ ਉਹ ਪ੍ਰੋਗਰਾਮ ਕਰਵਾਇਆ ਉਹਦੇ ਨਾਲ ਤੈਅ ਕਰ ਰਹੇ ਕਿ ਮੈਂ ਇੰਨੇ ਪਾਉਣ ਲਵਾਂਗਾ, ਪਾਉਣ ਲੈਣ ਤੋਂ ਬਾਅਦ ਜਿਹੜੀਆਂ ਉੱਥੇ ਵੇਲਾਂ ਹੋਣਗੀਆਂ ਉਹ ਵੀ ਮੈਂ ਲਵਾਂਗਾ। ਕਮਾਲ ਨਹੀਂ ਕਰਤਾ ਉਹਨੇ। ਤੇ ਅੱਗੋਂ ਜਿਹੜਾ ਕਰਵਾਉਣ ਵਾਲਾ ਸੀ ਨਾ, ਬੜਾ ਹੀ ਕੋਈ ਅਣਖੀ ਸੀਗਾ, ਉਹਨੇ ਚੱਸ ਕਰਾਤੀ। ਉਹਨੇ ਕੱਢੇ ਜੇਬ ਚੋਂ ਵਿੱਚ ਪੈਸੇ, ਜਿੰਨੇ ਪਾਉਂਡ ਉਹਨੇ ਕਹੇ ਸੀ ਉਹਦੇ ਹੱਥ 'ਤੇ ਰੱਖੇ, ਕਹਿੰਦਾ ਲਓ ਜੀ ਤੁਸੀਂ ਜਾਓ, ਤੁਹਾਡੀ ਨਾਥ ਹੋ ਗਈ। ਤੇ ਅੱਗੋਂ ਜਿਹੜਾ ਨਾਥ ਪੜ੍ਹਨੇ ਵਾਲਾ ਸੀਗਾ, ਮਾਫ ਕਰਨਾ, ਉਹਨੇ ਵੀ ਬਗੈਰਤੀ ਦੀ ਇੰਤਹਾ ਮਲ ਲਈ। ਇਹ ਨਹੀਂ ਆਖਿਆ ਕਿ ਮੈਂ ਨਹੀਂ ਪੜ੍ਹੀ, ਮੈਂ ਵੈਸੇ ਹੀ ਜਾ ਰਿਹਾ, ਤਾਂ ਪੈਸੇ ਵਾਪਸ ਹਾਲਾ ਉਹਨੇ ਵੀ ਫੜ ਕੇ ਜੇਬ 'ਚ ਪਾਏ, ਉਹ ਵੀ ਜਾਂਦਾ ਹੋਇਆ। ਇਹੋ ਜਿਹੇ ਨਾਥ ਖਾਨ, ਬੜਾ ਵੱਡਾ ਨਾਂ ਹੈ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਫਿਰ ਤੁਸੀਂ ਫਤਵੇ ਲਾਉਣ ਲੱਗ ਪੈਂਦੇ ਕਿ ਤੁਸੀਂ ਉਹਦੇ ਬਾਰੇ 'ਚ ਇਹ ਗੱਲ ਕੀਤੀ ਆ। ਇਹਨਾਂ ਨਾਥ ਪੜ੍ਹਨ ਵਾਲਿਆਂ ਨੇ ਆਪ ਤੇ ਭਲਾ ਕੀ ਕਹਿਣਾ, ਅਸੀਂ ਤੇ ਕਦੀ 1 ਰੁਪਈਆ ਨਹੀਂ ਲਿਆ, ਲੇਕਿਨ ਜਿਹੜੇ ਇਹਨਾਂ ਦੇ ਨਾਲ ਚੇਲੇ ਆ, ਜਿਹੜੇ ਪਿੱਛੇ ਬੈਠੇ ਹੁੰਦੇ ਆ, ਜਿਹੜੇ ਫੋਨ ਚੁੱਕਦੇ ਆ, ਫੋਨ ਚੁੱਕਦੇ ਹੀ ਕਹਿੰਦੇ ਹਾਂਜੀ ਨਾਥ ਕਾਰੀ ਸਾਹਿਬ ਆ ਜਾਣਗੇ, ਹਦੀਆ ਤੈਅ ਕਰ ਲਓ। ਕਿੰਨੇ ਜੀ, ਇੰਨੇ ਪੈਸੇ ਆ, ਤੇ ਆਉਣ ਜਾਣ ਦਾ ਟਿਕਟ ਆ, ਜਿਹੜੀਆਂ ਉੱਥੇ ਵੇਲਾਂ ਹੋਣੀਆਂ ਉਹ ਲਹਿਦਾ ਉਹਨਾਂ ਦੀਆਂ। ਤੇ ਵੇਲਾਂ ਦੀ ਖਾਤਰ ਆਪਣੇ ਸਿਰ ਤੋਂ ਇਮਾਮੇ ਲਾ ਕੇ ਤੇ ਉਹ ਬੇਹੁਰਮਤੀ ਕਰਦੇ, ਉਹ ਲੋਕਾਂ ਦੇ ਅੱਗੇ ਇਸ ਤਰ੍ਹਾਂ ਘੁਮਾ ਰਹੇ ਹੁੰਦੇ ਵੀ ਪਾ ਦਿਓ ਇਹਦੇ 'ਚ। ਬਹੁਤ ਸਾਰੇ ਲੋਕ ਇਹ ਕਹਿੰਦੇ ਤੁਸੀਂ ਇਮਾਮੇ ਦੀ ਬੇਹੁਰਮਤੀ ਕਰ ਰਹੇ ਹੋ, ਅਸੀਂ ਨਹੀਂ ਕਰ ਰਹੇ, ਉਹ ਕਰ ਰਹੇ ਆ। ਇਮਾਮਾ ਸ਼ਰੀਫ ਪਗੜੀ ਜਿਹੜੀ ਆ ਨਾ, ਇਹਦੀ ਬੜੀ ਅਹਿਮੀਅਤ ਆ। ਬਾਕੀ ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਣੀ ਆ ਗੱਲ ਦੀ। ਤੇ ਜੇ ਕਿਸੇ ਧੀ ਭੈਣ ਨੂੰ ਸਮਝ ਨਹੀਂ ਆਈ ਤੇ ਉਹਦੀ ਆਪਣੀ ਮਰਜ਼ੀ ਆ, ਸਮਝ ਤਾਂ ਆ ਜਾਂਦੀ ਹੈ। ਸਮਝ ਸਾਰਿਆਂ ਨੂੰ ਹੁੰਦੀ ਹਰ ਕੰਮ ਕਰਨੇ ਤੋਂ ਪਹਿਲੇ ਕਿ ਮੈਂ ਗਲਤ ਕਰ ਰਿਹਾ ਜਾਂ ਸਹੀ ਕਰ ਰਿਹਾ, ਲੇਕਿਨ ਇਨਸਾਨ ਅੱਜ ਕੱਲ੍ਹ ਦੌਲਤ ਦੀ ਨਸ਼ੇ ਦੇ ਵਿੱਚ ਇੰਨਾ ਕੁ ਭੁੱਖਾ ਹੋ ਚੁੱਕਿਆ ਕਿ ਉਹਨੂੰ ਇਹ ਸੋਚ ਹੀ ਨਹੀਂ ਹੈਗੀ ਕਿ ਅੱਗੇ ਕੀ ਚੱਲਣਾ ਮੇਰੇ ਨਾਲ। ਅਸੀਂ ਆਖਿਰ 'ਚ ਦੁਬਾਰਾ ਜ਼ਿੰਦਾ ਹੋਣਾ, ਅਸੀਂ ਮਰਨਾ ਆ, ਸਾਨੂੰ ਮਰਨਾ ਭੁੱਲ ਗਿਆ ਆ। ਤੇ ਜੇ ਸਾਨੂੰ ਮਰਨਾ ਯਾਦ ਹੋਵੇ ਤੇ ਅਸੀਂ ਕਿਸੇ ਦੇ ਨਾਲ ਜ਼ੁਲਮ ਕਰੀਏ ਹੀ ਨਾ। ਇਸ ਲਈ ਦੁਆਵਾਂ ਯਾਦ ਰੱਖਣਾ, ਕਿਸੇ ਦੇ ਨਾਲ ਗਲਤ ਨਾ ਕਰੋ, ਗਲਤ ਚੀਜ਼ਾਂ ਅਪਲੋਡ ਨਾ ਕਰੋ, ਇਹ ਤੁਹਾਡੀ ਆਖਰਤ ਖਰਾਬ ਕਰ ਰਹੀਆਂ। ਅੱਲਾ ਹਾਫਿਜ਼।